ਪਿਆਰੇ ਵਿਦਿਆਰਥੀਓ, ਖਾਲਸਾ ਕਾਲਜ ਪਟਿਆਲਾ ਦੇ ਪੋਲੀਟੀਕਲ ਸਾਇੰਸ ਡਿਪਾਰਟਮੈਂਟ ਦੇ YouTube ਚੈਨਲ ਉੱਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਅਸੀਂ ਪੜ੍ਹਾਂਗੇ ਮੌਲਿਕ ਅਧਿਕਾਰ ਜਾਂ ਫੰਡਾਮੈਂਟਲ ਰਾਈਟਸ। ਤਾਂ ਸਭ ਤੋਂ ਪਹਿਲਾਂ ਜਦੋਂ ਅਸੀਂ ਮੌਲਿਕ ਅਧਿਕਾਰਾਂ ਦੀ ਗੱਲ ਕਰਦੇ ਹਾਂ ਤਾਂ ਅਸੀਂ ਇਹ ਦੇਖਦੇ ਹਾਂ ਕਿ ਮਨੁੱਖੀ ਅਧਿਕਾਰਾਂ ਦੀ ਘੋਸ਼ਣਾ ਪਹਿਲੀ ਵਾਰੀ ਫਰਾਂਸ ਦੀ ਨੈਸ਼ਨਲ ਅਸੈਂਬਲੀ ਨੇ 1789 ਦੇ ਵਿੱਚ ਕੀਤੀ। ਉਸ ਤੋਂ ਬਾਅਦ 1791 ਦੇ ਵਿੱਚ USA ਦੇ ਸੰਵਿਧਾਨ ਦੇ ਵਿੱਚ ਪਹਿਲੀਆਂ 9 ਸੰਵਿਧਾਨਕ ਸੋਧਾਂ ਕਰਕੇ ਉੱਥੋਂ ਦੇ ਨਾਗਰਿਕਾਂ ਨੂੰ ਅਧਿਕਾਰ ਨੇ ਜਿਹੜੇ ਪ੍ਰਦਾਨ ਕੀਤੇ ਗਏ। ਜਦੋਂ ਅਸੀਂ ਭਾਰਤ ਦੀ ਗੱਲ ਕਰਦੇ ਹਾਂ ਕਿ ਭਾਰਤੀ ਸੰਵਿਧਾਨ ਦੇ ਵਿੱਚ ਮੌਲਿਕ ਅਧਿਕਾਰਾਂ ਦਾ ਸ਼ਾਮਲ ਕੀਤੇ ਜਾਣਾ ਭਾਰਤ ਦਾ ਜੋ ਸੁਤੰਤਰਤਾ ਅੰਦੋਲਨ ਸੀ ਉਹਦੇ ਪ੍ਰਭਾਵਾਂ ਦਾ ਸਿੱਟਾ ਸੀ। ਜਦੋਂ 26 ਜਨਵਰੀ 1950 ਨੂੰ ਭਾਰਤ ਦਾ ਸੰਵਿਧਾਨ ਲਾਗੂ ਹੁੰਦਾ ਤਾਂ ਉਸ ਟਾਈਮ ਕੁੱਲ 7 ਮੌਲਿਕ ਅਧਿਕਾਰ ਨੇ ਜਿਹੜੇ ਉਹ ਭਾਰਤੀ ਸੰਵਿਧਾਨ ਦੇ ਵਿੱਚ ਸ਼ਾਮਲ ਕੀਤੇ ਗਏ, ਜਿਨ੍ਹਾਂ ਵਿੱਚੋਂ 1978 ਦੇ ਵਿੱਚ 44ਵੀਂ ਸੰਵਿਧਾਨਕ ਸੋਧ ਪਾਸ ਕਰਕੇ ਰਾਈਟ ਟੂ ਪ੍ਰਾਪਰਟੀ ਜਾਂ ਸੰਪੱਤੀ ਦਾ ਅਧਿਕਾਰ ਮੌਲਿਕ ਅਧਿਕਾਰਾਂ ਦੇ ਚੈਪਟਰ ਦੇ ਵਿੱਚੋਂ ਖਾਰਜ ਕਰਕੇ ਉਹਨੂੰ ਇੱਕ ਸਧਾਰਨ ਅਧਿਕਾਰ ਬਣਾਇਆ ਗਿਆ। ਇਸ ਤੋਂ ਬਾਅਦ 2002 ਦੇ ਵਿੱਚ ਭਾਰਤੀ ਜਿਹੜੀ ਪਾਰਲੀਮੈਂਟ ਹੈ ਉਹਨੇ 93ਵੀਂ ਸੰਵਿਧਾਨਕ ਸੋਧ ਪਾਸ ਕਰਕੇ 93rd ਅਮੈਂਡਮੈਂਟ ਦੇ ਰਾਹੀਂ ਰਾਈਟ ਟੂ ਐਜੂਕੇਸ਼ਨ ਹੈ ਜਿਹੜਾ ਉਹਨੂੰ ਮੌਲਿਕ ਅਧਿਕਾਰਾਂ ਦੇ ਵਿੱਚ ਸ਼ਾਮਲ ਕੀਤਾ, ਪਰ ਇਹਨੂੰ ਵੱਖਰੇ ਅਧਿਕਾਰ ਦੇ ਤੌਰ ਤੇ ਸ਼ਾਮਲ ਨਹੀਂ ਕੀਤਾ ਗਿਆ। ਇਹਨੂੰ ਜਿਹੜਾ ਸਾਨੂੰ ਸੁਤੰਤਰਤਾ ਦਾ ਅਧਿਕਾਰ ਹੈ ਉਹਦੇ ਰਾਹੀਂ ਹੀ ਇਹਨੂੰ ਮੌਲਿਕ ਅਧਿਕਾਰਾਂ ਦਾ ਹਿੱਸਾ ਜਾਂ ਭਾਗ ਹੈ ਜਿਹੜਾ ਉਹ ਬਣਾਇਆ ਗਿਆ। ਤੇ ਜਦੋਂ ਅਸੀਂ ਭਾਰਤੀ ਸੰਵਿਧਾਨ ਦੇ ਵਿੱਚ ਦਰਜ ਮੌਲਿਕ ਅਧਿਕਾਰਾਂ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਅਨੁਛੇਦ 14 ਤੋਂ 18 ਤੱਕ ਰਾਈਟ ਟੂ ਇਕੁਐਲਿਟੀ ਜਾਂ ਸਮਾਨਤਾ ਦੇ ਅਧਿਕਾਰ ਦੀ। ਤਾਂ ਇਹਦੇ 'ਚ ਸਾਨੂੰ ਸਭ ਤੋਂ ਪਹਿਲਾਂ ਕਾਨੂੰਨ ਸਾਹਮਣੇ ਸਮਾਨਤਾ ਜਿਹੜੀ ਉਹ ਪ੍ਰਾਪਤ ਹੈ ਆਰਟੀਕਲ 14 ਦੇ ਵਿੱਚ। ਦੂਸਰਾ ਹੈ ਸਾਨੂੰ ਆਰਟੀਕਲ 15 ਦੇ ਵਿੱਚ ਵਿਤਕਰੇ ਦੀ ਮਨਾਹੀ। ਆਰਟੀਕਲ 16 ਦੇ ਵਿੱਚ ਅਫਸਰ ਦੀ ਜਾਂ ਮੌਕੇ ਦੀ ਸਮਾਨਤਾ ਦੀ ਗੱਲ ਕੀਤੀ ਗਈ ਹੈ। ਆਰਟੀਕਲ 17 ਦੇ ਵਿੱਚ ਛੂਤ-ਛਾਤ ਨੂੰ ਜਾਂ ਅਨਟੱਚੇਬਿਲਟੀ ਨੂੰ ਖਤਮ ਕਰਨ ਦੀ ਗੱਲ ਹੈ ਜਿਹੜੀ ਕੀਤੀ ਗਈ ਹੈ। ਆਰਟੀਕਲ 18 ਦੇ ਵਿੱਚ ਸਾਨੂੰ ਜਿਹੜਾ ਗੱਲ ਕੀਤੀ ਗਈ ਹੈ ਕਿ ਟਾਈਟਲਸ ਨੇ ਜਾਂ ਜਿਹੜੇ ਖਿਤਾਬ ਨੇ ਉਹਨਾਂ ਨੂੰ ਸਮਾਪਤ ਕਰਨ ਦੀ ਗੱਲ ਹੈ ਜਿਹੜੀ ਭਾਰਤੀ ਸੰਵਿਧਾਨ ਦੇ ਵਿੱਚ ਉਹ ਕੀਤੀ ਗਈ ਹੈ। ਫਿਰ ਇਸ ਤੋਂ ਅੱਗੇ ਹੈ ਸੁਤੰਤਰਤਾ ਦਾ ਅਧਿਕਾਰ ਰਾਈਟ ਟੂ ਫਰੀਡਮ ਆਰਟੀਕਲ 19 ਤੋਂ 22 ਤੱਕ। ਆਰਟੀਕਲ 19 ਦੇ ਵਿੱਚ ਸਾਨੂੰ 6 ਸੁਤੰਤਰਤਾਵਾਂ ਦੀ ਸਾਡੇ ਲਈ ਵਿਵਸਥਾ ਜਿਹੜੀ ਭਾਰਤੀ ਸੰਵਿਧਾਨ ਦੇ ਵਿੱਚੋਂ ਕੀਤੀ ਗਈ ਹੈ, ਜਿਹਦੇ 'ਚ ਸਭ ਤੋਂ ਪਹਿਲਾਂ ਹੈ ਕਿ ਭਾਸ਼ਣ ਦੇਣ ਅਤੇ ਵਿਚਾਰ ਪ੍ਰਗਟਾਉਣ ਦੀ ਸੁਤੰਤਰਤਾ। ਫਿਰ ਹੈ ਕਿ ਹਥਿਆਰਾਂ ਤੋਂ ਬਿਨਾਂ ਸ਼ਾਂਤਮਈ ਰੂਪ ਦੇ ਵਿੱਚ ਇਕੱਠੇ ਹੋਣ ਦੀ ਸੁਤੰਤਰਤਾ, ਕੋਈ ਵੀ ਸਮੂਹ ਸੰਘ ਕੋਈ ਐਸੋਸੀਏਸ਼ਨ ਬਣਾਉਣ ਦੀ ਸੁਤੰਤਰਤਾ ਸਾਨੂੰ ਆਰਟੀਕਲ 19 ਦੇ ਵਿੱਚ ਮਿਲੀ ਹੈ। ਫਿਰ ਹੈ ਕਿ ਸਮੁੱਚੇ ਭਾਰਤ ਦੇ ਵਿੱਚ ਫਿਰਨ ਤੁਰਨ ਦੀ ਸੁਤੰਤਰਤਾ ਜਿਹੜੀ ਉਹ ਸਾਨੂੰ ਪ੍ਰਾਪਤ ਹੈ। ਦੇਸ਼ ਦੇ ਕਿਸੇ ਵੀ ਭਾਗ ਦੇ ਵਿੱਚ ਰਹਿਣ ਤੇ ਨਿਵਾਸ ਸਥਾਨ ਬਣਾਉਣ ਦੀ ਸੁਤੰਤਰਤਾ ਸਾਨੂੰ ਆਰਟੀਕਲ 19 ਦੇ ਵਿੱਚ ਮਿਲੀ ਹੈ। ਫਿਰ ਕੋਈ ਵੀ ਰੁਜ਼ਗਾਰ ਧੰਦਾ ਜਾਂ ਕਾਰੋਬਾਰ ਕਰਨ ਦੀ ਸੁਤੰਤਰਤਾ ਸਾਨੂੰ ਜਿਹੜੀ ਆਰਟੀਕਲ 19 ਦੇ ਰਾਹੀਂ ਪ੍ਰਾਪਤ ਹੈ। ਫਿਰ ਆਰਟੀਕਲ 20 ਦੇ ਵਿੱਚ ਹੈ ਕਿ ਅਪਰਾਧਾਂ ਜਾਂ ਅਪਰਾਧੀ ਵਿਅਕਤੀਆਂ ਦੇ ਲਈ ਅਧਿਕਾਰਾਂ ਦੀ ਗੱਲ ਕੀਤੀ ਗਈ ਹੈ ਕਿ ਕਿਸੇ ਵੀ ਵਿਅਕਤੀ ਨੂੰ ਕਿਸੇ ਅਜਿਹੇ ਕਾਨੂੰਨ ਦੀ ਉਲੰਘਣਾ ਕਰਨ ਦੀ ਸਜ਼ਾ ਜਿਹੜੀ ਉਹ ਨਹੀਂ ਦਿੱਤੀ ਜਾ ਸਕਦੀ ਜਿਹੜਾ ਕਾਨੂੰਨ ਉਹਦੇ ਅਪਰਾਧ ਕਰਨ ਸਮੇਂ ਲਾਗੂ ਨਾ ਹੋਵੇ। ਇੱਕ ਵਿਅਕਤੀ ਨੂੰ ਇੱਕ ਹੀ ਅਪਰਾਧ ਦੀ ਇੱਕ ਵਾਰੀ ਤੋਂ ਵੱਧ ਸਜ਼ਾ ਨਹੀਂ ਦਿੱਤੀ ਜਾ ਸਕਦੀ। ਕਿਸੇ ਅਪਰਾਧੀ ਨੂੰ ਖੁਦ ਆਪਣੇ ਵਿਰੁੱਧ ਗਵਾਹੀ ਦੇਣ ਦੇ ਲਈ ਮਜਬੂਰ ਹੈ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ। ਆਰਟੀਕਲ 21 ਦੇ ਵਿੱਚ ਸਾਨੂੰ ਜੀਵਨ ਤੇ ਨਿੱਜੀ ਸੁਤੰਤਰਤਾ ਦੀ ਸੁਰੱਖਿਆ ਜਿਹੜੀ ਉਹ ਮਿਲੀ ਹੈ, ਪ੍ਰੋਟੈਕਸ਼ਨ ਆਫ ਲਾਈਫ ਐਂਡ ਪਰਸਨਲ ਲਿਬਰਟੀ। ਆਰਟੀਕਲ 22 ਦੇ ਵਿੱਚ ਕੈਦੀਆਂ ਦੇ ਅਧਿਕਾਰਾਂ ਦੀ ਗੱਲ ਹੈ ਜਿਹੜੀ ਉਹ ਕੀਤੀ ਗਈ ਹੈ। ਤੇ ਇਸ ਤੋਂ ਅੱਗੇ ਜਿਹੜਾ ਅਧਿਕਾਰ ਹੈ ਉਹ ਹੈ ਸ਼ੋਸ਼ਣ ਵਿਰੁੱਧ ਅਧਿਕਾਰ ਆਰਟੀਕਲ 23 ਤੇ 24 ਦੇ ਵਿੱਚ, ਜਿਹਦੇ 'ਚ ਆਰਟੀਕਲ 23 ਦੇ ਵਿੱਚ ਮਨੁੱਖਾਂ ਦੇ ਵਪਾਰ ਦੀ ਮਨਾਹੀ ਕੀਤੀ ਗਈ ਹੈ। ਬਿਨਾਂ ਤਨਖਾਹ ਜ਼ਬਰਦਸਤੀ ਕਿਸੇ ਤੋਂ ਕੰਮ ਕਰਾਉਣ ਦੀ ਮਨਾਹੀ ਹੈ ਜਿਹੜੀ ਆਰਟੀਕਲ 23 ਦੇ ਵਿੱਚ ਕੀਤੀ ਗਈ ਹੈ। ਜੇ ਕੋਈ ਵਿਅਕਤੀ ਇਸ ਅਧਿਕਾਰ ਦੀ ਉਲੰਘਣਾ ਕਰਦਾ ਤਾਂ ਉਹਨੂੰ ਕਾਨੂੰਨ ਅਨੁਸਾਰ ਸਜ਼ਾ ਜਿਹੜੀ ਉਹ ਦਿੱਤੀ ਜਾਂਦੀ ਹੈ। ਫਿਰ ਆਰਟੀਕਲ 24 ਦੇ ਵਿੱਚ ਛੋਟੇ ਬੱਚਿਆਂ ਦੇ ਲਈ ਹੈ ਕਿ ਜਿਵੇਂ 14 ਸਾਲ ਤੋਂ ਘੱਟ ਉਮਰ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਕਿਸੇ ਕਾਰਖਾਨੇ ਦੇ ਵਿੱਚ ਜਾਂ ਕਿਸੇ ਔਖੀ ਜਗ੍ਹਾ ਨੌਕਰੀ ਤੇ ਨਹੀਂ ਲਾਇਆ ਜਾ ਸਕਦਾ।
ਤਾਂ ਕਿ ਬੱਚਿਆਂ ਦਾ ਸ਼ੋਸ਼ਣ ਆ ਜਿਹੜਾ ਉਹ ਰੋਕਿਆ ਜਾ ਸਕੇ। ਇਸ ਤੋਂ ਅੱਗੇ ਧਰਮ ਦੀ ਸੁਤੰਤਰਤਾ ਦੀ ਗੱਲ ਕੀਤੀ ਗਈ ਹੈ ਆਰਟੀਕਲ 25 ਤੋਂ 28 ਦੇ ਵਿੱਚ, ਰਾਈਟ ਟੂ ਫਰੀडम ਆਫ ਰਿਲੀਜਨ, ਜਿਹਦੇ 'ਚ ਹੈ ਕਿ ਕਿਸੇ ਵੀ ਧਰਮ ਨੂੰ ਮੰਨਣ ਜਾਂ ਉਹ 'ਤੇ ਅਮਲ ਕਰਨ ਦੀ ਸੁਤੰਤਰਤਾ ਸਾਨੂੰ ਆਰਟੀਕਲ 25 ਦੇ ਵਿੱਚ ਪ੍ਰਾਪਤ ਹੈ ਕਿ ਕੋਈ ਵੀ ਵਿਅਕਤੀ ਕਿਸੇ ਵੀ ਧਰਮ ਨੂੰ ਮੰਨ ਸਕਦਾ, ਉਹਦੀਆਂ ਸਿੱਖਿਆਵਾਂ 'ਤੇ ਅਮਲ ਕਰ ਸਕਦਾ, ਪਰ ਉਹ ਧਰਮ ਕਿਸੇ ਵੀ ਜਨਤਕ ਵਿਵਸਥਾ, ਨੈਤਿਕਤਾ, ਸਿਹਤ ਤੇ ਸੰਵਿਧਾਨ ਦੇ ਤੀਸਰੇ ਭਾਗ 'ਚ ਜਿਹੜੇ ਸਾਨੂੰ ਮੌਲਿਕ ਅਧਿਕਾਰ ਮਿਲੇ ਨੇ ਉਹਨਾਂ ਦੀ ਉਲੰਘਣਾ ਨਾ ਕਰਦਾ ਹੋਵੇ। ਫਿਰ ਇਸ ਤੋਂ ਅੱਗੇ ਸਾਨੂੰ ਆਰਟੀਕਲ 26 ਦੇ ਵਿੱਚ ਧਾਰਮਿਕ ਕੰਮਾਂ ਦਾ ਪ੍ਰਬੰਧ ਕਰਨ ਦੇ ਲਈ ਸੰਸਥਾਵਾਂ ਸਥਾਪਿਤ ਕਰਨ ਦਾ ਅਧਿਕਾਰ ਹੈ ਜਿਹੜਾ ਉਹ ਪ੍ਰਾਪਤ ਹੈ। ਫਿਰ ਆਰਟੀਕਲ 27 ਦੇ ਵਿੱਚ ਕਿਸੇ ਵਿਸ਼ੇਸ਼ ਧਰਮ ਦੇ ਵਿਕਾਸ ਲਈ ਕਰ ਦੇਣ ਦੀ ਸੁਤੰਤਰਤਾ, ਕਿ ਕੋਈ ਵਿਅਕਤੀ ਕਿਸੇ ਨੂੰ ਮਜਬੂਰ ਨਹੀਂ ਕੀਤਾ ਕਰ ਸਕਦਾ ਕਿ ਉਹ ਕਿਸੇ ਵਿਸ਼ੇਸ਼ ਧਰਮ ਦੇ ਲਈ ਕੋਈ ਟੈਕਸ ਹੈ ਜਿਹੜਾ ਅਦਾ ਕਰੇ। ਫਿਰ ਆਰਟੀਕਲ 28 ਦੇ ਵਿੱਚ ਹੈ ਕਿ ਸਰਕਾਰੀ ਵਿਦਿਅਕ ਸੰਸਥਾਵਾਂ ਦੇ ਵਿੱਚ ਧਰਮ ਦੀ ਸਿੱਖਿਆ ਨਹੀਂ ਦਿੱਤੀ ਜਾ ਸਕਦੀ, ਤੇ ਜਿਹੜੀਆਂ ਪ੍ਰਾਈਵੇਟ ਵਿਦਿਅਕ ਸੰਸਥਾਵਾਂ ਸਰਕਾਰ ਤੋਂ ਸਹਾਇਤਾ ਪ੍ਰਾਪਤ ਹੁੰਦੀਆਂ ਨੇ ਉਹਨਾਂ ਦੇ ਵਿੱਚ ਵੀ ਕਿਸੇ ਵਿਅਕਤੀ ਨੂੰ ਕਿਸੇ ਵੀ ਧਾਰਮਿਕ ਪੂਜਾ ਦੇ ਵਿੱਚ ਸ਼ਾਮਲ ਹੋਣ ਦੇ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਇਸ ਤੋਂ ਅੱਗੇ ਆਰਟੀਕਲ 29 ਤੇ 30 ਦੇ ਵਿੱਚ ਸਾਨੂੰ ਸੱਭਿਆਚਾਰਕ ਤੇ ਵਿਦਿਅਕ ਅਧਿਕਾਰ ਨੇ ਜਿਹੜੇ ਉਹ ਪ੍ਰਾਪਤ ਨੇ, ਜਿਨ੍ਹਾਂ ਦੇ ਵਿੱਚ ਹੈ ਕਿ ਭਾਰਤੀ ਨਾਗਰਿਕ ਨੇ ਜਿਹੜੇ ਉਹ ਆਪਣੀ ਭਾਸ਼ਾ, ਆਪਣੀ ਲਿਪੀ, ਆਪਣੇ ਸੱਭਿਆਚਾਰ ਨੂੰ ਸੁਰੱਖਿਅਤ ਰੱਖ ਸਕਦੇ ਨੇ। ਸਰਕਾਰ ਤੋਂ ਵਿੱਤੀ ਸਹਾਇਤਾ ਪ੍ਰਾਪਤ ਕਰਨ ਵਾਲੀਆਂ ਜਿਹੜੀਆਂ ਸੰਸਥਾਵਾਂ ਨੇ ਉਹ ਕਿਸੇ ਵੀ ਵਿਅਕਤੀ ਨੂੰ ਧਰਮ, ਨਸਲ, ਭਾਸ਼ਾ ਦੇ ਆਧਾਰ ਤੇ ਦਾਖਲਾ ਦੇਣ ਤੋਂ ਇਨਕਾਰ ਨਹੀਂ ਕਰ ਸਕਦੀਆਂ। ਆਰਟੀਕਲ 30 ਦੇ ਵਿੱਚ ਇਹ ਪ੍ਰੋਵੀਜ਼ਨ ਹੈ ਕਿ ਧਰਮ ਜਾਂ ਭਾਸ਼ਾ ਦੇ ਆਧਾਰ ਤੇ ਜਿਹੜੀਆਂ ਘੱਟ ਗਿਣਤੀਆਂ ਨੇ ਉਹ ਆਪਣੀ ਇੱਛਾ ਦੇ ਅਨੁਸਾਰ ਆਪਣੀਆਂ ਵਿਦਿਅਕ ਸੰਸਥਾਵਾਂ ਸਥਾਪਿਤ ਕਰ ਸਕਦੀਆਂ ਨੇ ਜਾਂ ਉਹਨਾਂ ਦਾ ਪ੍ਰਬੰਧ ਆ ਜਿਹੜਾ ਉਹ ਦੇਖ ਸਕਦੀਆਂ ਨੇ। ਤੇ ਰਾਜ ਆ ਜਿਹੜਾ ਉਹ ਜਦੋਂ ਵਿਦਿਅਕ ਸੰਸਥਾਵਾਂ ਨੂੰ ਜਾਂ ਅਜਿਹੀਆਂ ਸੰਸਥਾਵਾਂ ਨੂੰ ਕੋਈ ਸਹਾਇਤਾ ਦਿੰਦਾ ਹੈ ਤਾਂ ਉਹ ਕਿਸੇ ਵੀ ਰੂਪ ਦੇ ਵਿੱਚ ਉਹਨਾਂ ਨਾਲ ਭੇਦਭਾਵ ਜਾਂ ਵਿਤਕਰਾ ਜਿਹੜਾ ਉਹ ਨਹੀਂ ਕਰੂਗਾ। ਤੇ ਲਾਸਟ ਦੇ ਵਿੱਚ ਜਿਹੜਾ ਸਾਨੂੰ ਅਧਿਕਾਰ ਮਿਲਿਆ ਉਹ ਹੈ ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ, ਰਾਈਟ ਟੂ ਕਨਸਟੀਟਿਊਸ਼ਨਲ ਰੈਮੇਡੀਜ਼, ਆਰਟੀਕਲ 32। ਇਸ ਅਧਿਕਾਰ ਦੇ ਵਿੱਚ ਹੈ ਕਿ ਸਾਨੂੰ ਆਰਟੀਕਲ 14 ਤੋਂ ਲੈ ਕੇ 30 ਤੱਕ ਜਿੰਨੇ ਵੀ ਸਾਨੂੰ ਅਧਿਕਾਰ ਮਿਲੇ ਨੇ, ਜੇ ਸਾਨੂੰ ਉਹਨਾਂ 'ਚ ਕੋਈ ਵੀ ਅਧਿਕਾਰ ਹੈ ਜਿਹੜਾ ਪ੍ਰਾਪਤ ਨਹੀਂ ਹੁੰਦਾ, ਕੋਈ ਵਿਅਕਤੀ, ਕੋਈ ਸੰਸਥਾ ਸਾਡੇ ਉਹਨਾਂ ਅਧਿਕਾਰਾਂ ਨੂੰ ਖੋਹਣ ਦੀ ਕੋਸ਼ਿਸ਼ ਕਰਦੀ ਹੈ, ਤਾਂ ਆਰਟੀਕਲ 32 ਦੇ ਰਾਹੀਂ ਅਸੀਂ ਦੇਸ਼ ਦੀ ਜਿਹੜੀ ਸਰਵਉੱਚ ਅਦਾਲਤ ਹੈ, ਸੁਪਰੀਮ ਕੋਰਟ ਹੈ, ਉਹਦੇ 'ਚ ਇੱਕ ਅਪੀਲ ਹੈ ਜਿਹੜੀ ਉਹ ਦਾਇਰ ਕਰ ਸਕਦੇ ਹਾਂ, ਜਿਹਦੇ 'ਚ ਫਿਰ ਜਿਹੜਾ ਵੀ ਸੰਬੰਧਿਤ ਵਿਅਕਤੀ ਜਾਂ ਸੰਸਥਾ ਹੋਊਗੀ ਉਹਨੂੰ ਸੁਪਰੀਮ ਕੋਰਟ ਵੱਲੋਂ ਵੱਖ-ਵੱਖ ਰਿਟਸ ਨੇ ਜਿਹੜੀਆਂ ਜਾਰੀ ਕੀਤੀਆਂ ਜਾਂਦੀਆਂ ਨੇ। ਅੱਜ ਲਈ ਇੰਨਾ ਹੀ। ਤੁਹਾਡਾ ਬਹੁਤ ਬਹੁਤ ਧੰਨਵਾਦ।